ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹ ਰਹੈ। ਹੁਣ ਇਉਂ ਫਰਮਾਉਂਦੇ ਆ ਬਚਨ, ਸੰਸਾਰ ਦੀ ਦਸ਼ਾ ਦੱਸਦੇ ਵੀ ਕੀ ਹੈ। ਸੰਸਾਰ ਦੀ ਦਸ਼ਾ ਕਿਸ ਪ੍ਰਕਾਰ ਦੀ ਹੈ ਜੀ? ਉਹ ਕਹਿੰਦੇ ਨੇ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਸ ਤਰ੍ਹਾਂ ਅਜਾ ਬੱਕਰੀ ਖੂਬ ਚੰਗੇ ਚੰਗੇ ਕੰਦ ਮੂਲ ਆਦਿਕਾਂ ਨੂੰ ਭੋਗੰਤ ਖਾ ਕੇ ਰਿਸ਼ਟ ਪੁਸ਼ਟ ਹੁੰਦੀ ਹੈ ਬੱਕਰੀ, ਪਰ ਕਹਿ ਰਿਹਾ ਸ਼ੇਰ ਦੇ ਕੋਲ ਵਸਣ ਕਰਕੇ ਉਹਦਾ ਖਾਧਾ ਪੀਤਾ ਸਭ ਨਿਕਲ ਜਾਂਦਾ ਹੈ, ਹਜਮ ਹੀ ਨਹੀਂ ਹੁੰਦਾ ਉਹਨੂੰ। ਸੋ ਇਸ ਤਰ੍ਹਾਂ ਜਿਵੇਂ ਕਹਿੰਦੇ ਸੀ, ਉਹ ਕਿਹਾ ਸੀ ਰਾਜੇ ਨੇ ਵਜ਼ੀਰ ਨੂੰ ਆਪਣੇ ਨੂੰ, ਕਿਸੇ ਨੇ, ਬਈ ਉਹ ਬੱਕਰੀ ਵੀ ਰੱਖਣੀ ਹੈ। ਕਿਸੇ ਬੰਦੇ ਨੂੰ ਕਿਹਾ ਬੱਕਰੀ ਨੂੰ ਇੰਨਾ ਭੋਜਨ ਵੀ ਖਵਾਉਣਾ ਪਰ ਤਕੜੀ ਵੀ ਨਹੀਂ ਹੋਣ ਦੇਣਾ। ਉਹਨੇ ਬੀਰਬਲ ਨੂੰ ਪੁੱਛਿਆ ਕਿ ਉਹ ਬੀਰਬਲ ਕਹਿਣ ਲੱਗਿਆ, ਤੂੰ ਇਹਨੂੰ ਖਵਾ ਰੋਜ਼ ਦਿਆ ਕਰ, ਪਰ ਇੱਕ ਵਾਰੀ ਸ਼ੇਰ ਦੇ ਮੂਹਰੇ ਕਰਕੇ ਲਿਆਇਆ ਕਰ ਰੋਜ਼। ਕਹਿੰਦੇ ਕਮਜ਼ੋਰ ਦੀ ਕਮਜ਼ੋਰੀ ਰਹੂਗੀ। ਇਸ ਤਰ੍ਹਾਂ ਕਹਿੰਦੇ ਭਾਵ ਜਿਵੇਂ ਸ਼ੇਰ ਦੇ ਸਾਹਮਣੇ ਬੱਕਰੇ ਦੀ ਖੁਰਾਕ ਕਿਸੇ ਅਰਥ ਨਹੀਂ, ਉਵੇਂ ਹੀ ਗਮ ਕਰਕੇ ਬੰਦੇ ਦਾ ਖਾਧਾ ਪੀਤਾ ਐਵੇਂ ਨਿਸਫਲ ਜਾਂਦਾ, ਚਿੰਤਾ ਕਰਕੇ ਸਰੀਰ ਸੜ ਚੁੱਕ ਜਾਂਦਾ। ਇਸੇ ਕਰਕੇ ਮਨੁੱਖ ਨੂੰ ਚਾਹੀਦਾ ਕਿ ਚਿੰਤਾ ਦੇ ਰੋਗ ਤੋਂ ਰਹਿਤ ਹੋ ਕੇ ਆਪਣੀ ਜ਼ਿੰਦਗੀ ਸੁੱਖ ਦੇ ਨਾਲ ਬਤੀਤ ਕਰੇ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਤਤਰ ਗਤੇ ਭਾਵ ਉਹੀ ਹਾਲਤ ਸੰਸਾਰ ਦੀ ਜੋ ਸਾਰਾ ਸੰਸਾਰ ਹਰਖ ਸੋਗ 'ਚ ਵਿਆਪ ਰਿਹਾ, ਭਾਵ ਲੱਗ ਰਿਹਾ। ਜਿਸ ਵੇਲੇ ਧਨ ਪਦਾਰਥ ਪ੍ਰਾਪਤ ਹੁੰਦੇ ਹਨ ਤਾਂ ਹਰਖ ਕਰਦਾ, ਖੁਸ਼ੀ ਕਰਦਾ। ਧਨ ਪਦਾਰਥ ਦੇ ਨਾਸ ਕਾਲ ਵਿੱਚ ਫਿਰ ਬੜਾ ਸੋਗ ਕਰਦਾ। ਦੂਸਰਾ ਭਾਵ ਇਹ ਵੀ ਹੈ, ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹ ਰਿਹਾ। ਬੱਕਰੀ ਦੇ ਸਮਾਨ ਜੀਵ ਕੰਦ ਮੂਲੰ ਚੰਗੇ ਚੰਗੇ ਪਦਾਰਥ ਛਕਦਾ ਹੈ, ਪਰ ਚਿੰਤਾ ਰੂਪੀ ਕਾਲ ਰੂਪੀ ਸ਼ੇਰ ਦੇ ਸਮੀਪ ਵਸਣ ਕਰਕੇ ਸੁੱਕ ਜਾਂਦਾ। ਜਿਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਪੈਂਡੇ ਖਾਂ ਨੂੰ ਕਿਹਾ ਸੀ, ਪਹਿਲਾਂ ਉਹਨੇ ਕਿਹਾ ਮਹਾਰਾਜ ਮੇਰੇ ਅੰਦਰ ਵਿਕਾਰ ਨਹੀਂ ਮਿਟਦੇ। ਮਹਾਰਾਜ ਨੇ ਕਹਿੰਦੇ ਦਿਖਾਈਏ ਕੌਤਕ ਇਹਨੂੰ ਵੀ, ਕਹਿੰਦੇ ਤੂੰ 7 ਦਿਨਾਂ ਦੇ ਵਿੱਚ ਮਰ ਜਾਣਾ। ਉਹਨੂੰ ਇੰਨਾ ਹੋ ਗਿਆ ਡਰ ਮਨ 'ਚ, ਨਾ ਤਾਂ ਪਾਣੀ ਪੀਵੇ, ਨਾ ਨੀਂਦ ਆਵੇ, ਨਾ ਰੋਟੀ ਖਾਵੇ। 7 ਦਿਨ ਲੰਘ ਗਏ। 7 ਦਿਨਾਂ ਬਾਅਦ ਬੜਾ ਕਮਜ਼ੋਰ ਜਿਹਾ ਹੋਇਆ। 8ਵੇਂ ਦਿਨ ਨੂੰ ਫੜ ਕੇ ਲਈ ਤੁਰੇ ਆਉਂਦੇ ਨੇ। ਕਹਿੰਦੇ ਇਹ ਕੌਣ ਹੈ? ਕਹਿੰਦੇ ਪੈਂਡੇ ਖਾਂ। ਕਹਿੰਦੇ ਪੈਂਡੇ ਤੈਨੂੰ ਕੀ ਹੋਇਆ? ਕਹਿੰਦੇ ਮਹਾਰਾਜ ਜੀ ਤੁਸੀਂ ਮੈਨੂੰ ਕਿਹਾ ਸੀ 7 ਦਿਨਾਂ 'ਚ ਮਰ ਜਾਣਾ, ਮੈਨੂੰ ਤਾਂ ਨਾ ਨੀਂਦ, ਨਾ ਭੁੱਖ, ਨਾ ਰੋਟੀ। ਕਹਿੰਦੇ ਤੂੰ ਕਿਹਾ ਸੀ ਮੈਨੂੰ ਵਿਕਾਰ ਬੜੇ ਫੁਰਦੇ ਆ। ਕਹਿੰਦੇ ਵਿਕਾਰ ਫੁਰੇ? ਕਹਿੰਦੇ ਮਹਾਰਾਜ ਵਿਕਾਰ ਜਿੱਥੇ ਮੌਤ ਉੱਥੇ ਵਿਕਾਰ ਕਿੱਥੇ? ਮਹਾਰਾਜ ਮੈਂ ਮਰਿਆ ਤਾਂ ਹੈ ਨਹੀਂ, 7 ਦਿਨ ਤਾਂ ਲੰਘ ਗਏ। ਸਤਿਗੁਰੂ ਕਹਿੰਦੇ ਮੈਂ ਤੈਨੂੰ ਇਹ ਥੋੜ੍ਹੀ ਕਿਹਾ ਸੀ ਵੀ 7 ਦਿਨਾਂ 'ਚ ਮਰਨਾ। ਮੇਰਾ ਮਤਲਬ ਸੀ ਕਿ 7 ਦਿਨ ਹੁੰਦੇ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀਚਰ ਐਤਵਾਰ, ਬਸ ਇਹਨਾਂ ਦਿਨਾਂ 'ਚ ਹੀ ਮਰੇਗਾ ਜਦ ਮਰੇਗਾ। ਕਹਿੰਦੇ ਓਹੋ ਮੈਂ ਤਾਂ ਆਖਿਆ ਨਹੀਂ 7 ਦਿਨ ਨੂੰ ਮਰ ਜਾਣਾ। ਮਹਾਰਾਜ ਕਹਿੰਦੇ ਇਸ ਕਰਕੇ ਜੇ ਬੰਦਾ ਮੌਤ ਨੂੰ ਯਾਦ ਰੱਖੇ ਫਿਰ ਵਿਕਾਰ ਨਹੀਂ ਫੁਰਦੇ ਉਹਨੂੰ। ਇਹ ਮੌਤ ਯਾਦ ਨਹੀਂ ਰੱਖਦੇ ਲੋਕ, ਖਾ ਪੀ ਕੇ ਮੌਜਾਂ ਮਾਣਦੇ ਆ, ਫਿਰ ਵਿਕਾਰ ਭੋਗਦੇ ਆ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਮਹਾਰਾਜ ਕਹਿੰਦੇ ਤਤਰ ਗਤੇ ਸੰਸਾਰ ਹੈ। ਇਸੇ ਤਰ੍ਹਾਂ ਸੰਸਾਰ ਦੀ ਚਾਲ ਭਾਵ ਰੀਤੀ ਹੈ, ਜਦ ਕੋਈ ਪਦਾਰਥ ਖਾਣੇ ਨੂੰ ਪ੍ਰਾਪਤ ਹੋ ਜਾਏ ਤਾਂ ਹਰਖ ਬੜਾ ਖੁਸ਼ ਹੁੰਦਾ, ਜਦ ਕੋਈ ਮਰ ਜਾਵੇ ਤਾਂ ਕਾਲ ਰੂਪੀ ਸ਼ੇਰ ਨੂੰ ਦੇਖ ਕੇ ਸੁੱਕ ਕੇ ਸੋਗ ਦੇ ਸਹਿਤ ਹੋ ਜਾਂਦਾ। ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਬਿਖ ਮਲੰ। ਇਹ ਜੀਵ ਕਈ ਤਰ੍ਹਾਂ ਦੇ ਛਲ ਕਰਦਾ, ਦੂਜਿਆਂ ਦੇ ਵਿੱਚ ਛਿਦਰੰਗ ਦੋਸ਼ ਰੋਪਣ ਕਰਦਾ ਅਤੇ ਦੂਜਿਆਂ ਦੇ ਕਾਰਜ ਵਿੱਚ ਕਰੋੜਾਂ ਵਿਘਨ ਪਾਉਂਦਾ ਤੇ ਗੁਰਾਂ ਦੀ ਬੇਅਦਬੀ ਆਦਿ ਅਪਰਾਧਾਂ ਨੂੰ ਕਰਦਾ, ਜਾਂ ਅਪਰ ਰਾਧੰਗ ਹੋਰ ਦੇਵੀ ਦੇਵਤਿਆਂ ਨੂੰ ਰਾਧਦਾ ਤੇ ਬ੍ਰਾਹਮਣ ਕਾਲੀ ਗਊ ਲੜਕੀ ਦਾ ਮਾਰਨਾ, ਵੇਸਵਾ ਦੇ ਧਾਨ ਖਾਣੇ ਰੂਪ ਚਾਰੇ ਕਿਲਵਖਾਂ ਕਰਕੇ ਜੀਵ ਦਾ ਹਿਰਦਾ ਮਲੰਗ ਮਲੀਨ ਹੋ ਰਿਹਾ ਹੈ। ਮਹਾਰਾਜ ਨੇ ਬਚਨ ਕੀਤਾ, ਬਾਣੀ 1413 ਅੰਗ ਤੇ ਆਵੇਗਾ, ਬ੍ਰਾਹਮਣ ਕੈਲੀ ਘਾਤ ਕੰਜ ਕਾਰਨ ਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਵਿਮਾਨ ਪਾਹੇ ਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਭਰਮ ਮੋਹੰ। ਮਹਾਰਾਜ ਕਹਿੰਦੇ ਫਿਰ ਜੀਵ ਦੇ ਅੰਦਰ 5 ਪ੍ਰਕਾਰ ਦਾ ਭਰਮ ਹੈ, ਜਿਹੜਾ ਪਹਿਲਾਂ ਕਈ ਵਾਰ ਦੱਸਿਆ ਆਪਾਂ ਕਥਾ 'ਚ। ਸਰੀਰ ਦਾ ਜਾਂ ਪਰਿਵਾਰ ਦਾ ਮੋਹ ਹੋ ਰਿਹਾ। ਉਹ ਬਹੁਤ ਸਾਰਿਆਂ ਨੇ ਇਹ ਮੋਹ ਪਰਿਵਾਰ ਦਾ ਕੀਤਾ ਹੈ। ਜਿਸ ਤਰ੍ਹਾਂ ਪੁੱਤਰਾਂ ਦੇ ਮਰਨ ਦਾ ਵਸ਼ਿਸ਼ਟ ਨੂੰ ਮੋਹ ਹੋਇਆ ਤੇ ਸਤਲੁਜ ਦਰਿਆ 'ਚ ਡੁੱਬਣ ਚੱਲਿਆ, ਫਿਰ ਫਾਹੀ ਲੈ ਕੇ ਬਿਪਾਸਾ 'ਚ ਡੁੱਬਣ ਲੱਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਕਾਰੇ ਛੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੇ। ਮਾਤਾਵਾਂ ਦੇ ਪੁੱਛਣ ਤੇ ਵੀ ਇਹ ਨਹੀਂ ਕਿਹਾ ਕੀ ਹੋਇਆ ਕਿੱਦਾਂ, ਰੋਣਾ ਹੀ ਸ਼ੁਰੂ ਕਰਤਾ। ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਕਹਿੰਦੇ ਆ ਲੱਖਾਂ ਹਜ਼ਾਰਾਂ ਤੇਰੇ ਹੀ ਨੇ। ਸੋ ਇਸ ਪ੍ਰਕਾਰ ਮਹਾਰਾਜ ਨੇ ਮੋਹ ਤੋਂ ਆਪਾਂ ਨੂੰ ਕੱਢਿਆ।
ਮਾਨ ਅਪਮਾਨੰ, ਆਪਣਾ ਮਾਨ ਆਦਰ ਕਰਾਉਣਾ ਤੇ ਦੂਜਿਆਂ ਦਾ ਅਪਮਾਨੰ ਨਿਰਾਦਰ ਕਰਨਾ, ਇਹ ਵੀ ਜੀਵ ਦੇ ਅੰਦਰੋਂ ਸਤਿਗੁਰੂ ਮਹਾਰਾਜ ਦੂਰ ਕਰਦੇ ਨੇ। ਮਦੰ ਮਾਇਆ ਵਿਆਪਤੰ, ਆਪਣੇ ਗੁਣਾਂ ਦੀ ਮਦੰ ਗਰੂਰੀ 'ਚ ਮਦੰ ਮਸਤ ਰਹਿਣਾ, ਇਹ ਅਸ਼ੁਭ ਗੁਣ ਰੂਪ ਹੋ ਕੇ ਮਾਇਆ ਇਸ ਜੀਵ ਨੂੰ ਵਿਆਪ ਰਹੀ ਹੈ। ਮਾਇਆ ਦੇ ਮਦ ਕਰਕੇ ਇਹ ਜੀਵ ਭਰਮ ਮੋਹ ਮਾਨ ਅਪਮਾਨ ਰੂਪ ਧੁੰਦਵਾਦ ਵਿੱਚ ਵਿਆਪ ਰਿਹਾ ਹੈ। ਮ੍ਰਿਤਉ ਜਨਮ ਭ੍ਰਮੰਤ ਨਰਕ ਹੈ, ਅਨਕ ਉਪਾਵੰ ਨਾ ਸਿੱਧਿਅਤੇ। ਸੋ ਮੰਮੇ ਦੇ ਪੈਰ 'ਚ ਰਾਰਾ, ਸਿਆਰੀ ਮੰਮੇ ਨੂੰ, ਤੱਤਾ ਥੱਲੇ ਜਈਆ, ਉਹਦੇ ਥੱਲੇ ਫਿਰ ਔਂਕੜ ਹੈ। ਇਹ ਜੇ ਬੋਲਣਾ ਹੋਵੇ ਤਾਂ ਮੰਮੇ ਨੂੰ ਸਿਹਾਰੀ, ਪੈਰ 'ਚ ਰਾਰਾ, ਤੱਤਾ, ਊੜੇ ਨੂੰ ਔਂਕੜ ਲਾ ਕੇ ਬੋਲੋ ਮ੍ਰਿਤਉ। ਕਹਿੰਦੇ ਮ੍ਰਿਤਉ ਜਨਮ ਭ੍ਰਮੰਤ ਨਰਕ ਹੈ, ਅਨਕ ਉਪਾਵੰ ਨਾ ਸਿੱਧਿਅਤੇ। ਇਸੇ ਕਰਕੇ ਜੀਵ ਮ੍ਰਿਤਿਓ ਮਰਦਾ ਤੇ ਜਨਮਦਾ ਤੇ ਨਰਕਾਂ ਵਿੱਚ ਭ੍ਰਮੰਤ ਫਿਰਦਾ। ਪਰਮੇਸ਼ਰ ਨਾਮ ਤੋਂ ਬਿਨਾਂ ਅਨੇਕਾਂ ਹੀ ਉਪਾਵੰ ਯਤਨਾਂ ਦੇ ਕਰਨ ਨਾਲ ਵੀ ਸਿੱਧ ਅਤੇ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ। ਅਸ਼ਟ ਸਾਜ ਸਾਜੇ ਪੁਰਾਣ ਸੁਧ ਹੈ, ਕਰਹਿ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੈ ਨਾਨਕ ਦਾਸ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਵਾਮੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਵਾਮੀ ਜੀ ਕਹਿੰਦੇ ਸੀ, ਹਰੀ ਲਾਲ ਕ੍ਰਿਸ਼ਨ ਲਾਲ, ਹੇ ਮਹਾਰਾਜ, ਹੇ ਸਤਿਗੁਰੂ, ਇਹ ਜੀਵ ਦਾ ਮਨ ਨਿਰਮਲ ਫਿਰ ਕਿਵੇਂ ਹੋਵੇ ਮਹਾਰਾਜ? ਇਹ ਨਿਰਮਲ ਤਾਂ ਹੁੰਦਾ ਨਹੀਂ। ਤਾਂ ਸਤਿਗੁਰੂ ਮਹਾਰਾਜ ਬਚਨ ਸਮਝਾਉਂਦੇ ਹਨ ਉਹਨਾਂ ਨੇ ਤਾਂ ਹੀ, ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ। ਮਹਾਰਾਜ ਕਹਿੰਦੇ ਭਾਈ ਸੰਤਾਂ ਦੇ ਸੰਗ 'ਚ ਮਿਲ ਕੇ ਮਨ ਕਰਕੇ ਗੋਪਾਲ ਨਾਮ ਨੂੰ ਜਪਣਾ ਕਰੇ ਤੇ ਨਿਤਾ ਪ੍ਰਤੀ ਗੋਬਿੰਦ ਦੇ ਗੁਣਾਂ ਨੂੰ ਬਾਣੀ ਦੁਆਰਾ ਰਮੰਤ ਉਚਾਰਨਾ ਕਰੇ ਤਾਂ ਇਸ ਜੀਵ ਦਾ ਮਨ ਨਿਰਮਲ ਹੋ ਸਕਦਾ ਹੈ। ਇਸ ਕਰਕੇ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਗੋਬਿੰਦ ਦੇ ਗੁਣਾਂ ਨੂੰ ਹਰ ਰੋਜ਼ ਇਹ ਰਮੰਤ ਉਚਾਰਨਾ ਕਰੇ, ਫਿਰ ਇਹ ਜੀਵ ਜਿਹੜਾ ਨਿਰਮਲ ਹੋ ਸਕਦਾ। ਇਹ ਜੀਵ ਦਾ ਤਰਨਾ ਕਿਸ ਤਰ੍ਹਾਂ ਹੋ ਸਕਦਾ ਮਹਾਰਾਜ ਜੀ? ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਤਰ੍ਹਾਂ ਫਰਮਾਉਂਦੇ ਹਨ, ਤਰਨ ਸਰਣ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ। ਜੋ ਸੁਆਮੀ ਅਕਾਲ ਪੁਰਖ ਸਾਰੇ ਰਮਣ ਵਿਆਪਕ ਹੈ। ਤੋ ਇਸ ਜੀਵ ਦਾ ਜਿਹੜਾ ਚਾਹੀਦਾ ਨਾ ਆਪਾਂ ਨੂੰ, ਇਹ ਜੀਵ ਦਾ ਸੀਲ ਸੁਭਾਅ ਦੇ ਸਹਿਤ ਹੋ ਕੇ ਉਹ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੇ, ਤਾਂ ਇਸ ਜੀਵ ਦਾ ਸੰਸਾਰ ਸਾਗਰ ਤੋਂ ਤਰਨਾ ਹੁੰਦਾ। ਤਰਨ ਹੁੰਦਾ ਜਹਾਜ਼ ਰੂਪ, ਜੋ ਸੁਆਮੀ ਉਹਦੀ ਸ਼ਰਨ ਗ੍ਰਹਿਣ ਕਰਨ ਨਾਲ ਤਰਨਾ ਹੁੰਦਾ। ਇਸ ਕਰਕੇ ਜੀਵ ਨੂੰ ਚਾਹੀਦਾ ਉਹ ਕਿ ਸੀਲ ਸ਼ਾਂਤ ਠੰਡਾ ਸੁਭਾਅ ਧਾਰ ਕੇ ਪਰਮੇਸ਼ਰ ਦੇ ਜਸ ਨੂੰ ਰਮਣ ਉਚਾਰਨਾ ਕਰੇ। ਸੀਲ ਸੁਭਾਅ ਰਹੇ ਭਾਵ ਧੀਰਜਵਾਨ ਜਿਹਾ ਰਹੇ, ਐਵੇਂ ਨਹੀਂ ਟਪੂ ਟਪੂ ਕਾਹਲੀ ਭੱਜਿਆ ਫਿਰਦਾ ਹੋਈ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਉਹ ਪਰਮੇਸ਼ਰ ਕਾਰਨ ਹੁੰਦਾ, ਪ੍ਰਪੰਚ ਦੇ ਸੋਤਪਤ ਕਰਨੇ ਨੂੰ, ਪੈਦਾ ਕਰਨੇ ਨੂੰ ਸਮਰੱਥ ਹੈ ਤੇ ਪੂਰਨ ਹੈ। ਸਾਰਿਆਂ ਨੂੰ ਵਾਹਿਗੁਰੂ ਖਾਣ ਪਾਣ ਨੂੰ ਦਾਨ ਦੇਤ ਦੇ ਰਿਹਾ। ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਹੈ। ਫਿਰ ਉਹ ਵਾਹਿਗੁਰੂ ਨਿਰਾਸਿਆਂ ਜੀਵਾਂ ਦੀ ਆਸਾ ਪੂਰੀ ਕਰਨ ਵਾਲਾ ਤੇ ਸਾਰੇ ਤੇ ਅਰਥ ਪਦਾਰਥ ਧਰਮ ਅਰਥ ਕਾਮ ਮੁਖ ਆਦਿਕ ਦਾ ਆਲਿਆ ਹੈ, ਘਰ ਹੈ। ਸੋ ਐੜੇ ਕੰਨਾ ਲੱਲਾ ਯਈਆ ਹਾਹਾ ਆਲਿਆ ਹੈ। ਇਸ ਤਰ੍ਹਾਂ ਬੋਲਣਾ ਪਾਠ, ਆਲਿਆ ਹੈ। ਜੇ ਲਿਖ ਕੇ ਬੋਲਣਾ ਸਿੱਖਣਾ ਫਿਰ ਲਿਖ ਲਓ, ਐੜੇ ਨੂੰ ਕੰਨਾ ਲੱਲਾ ਈੜੀ ਸਿਹਾਰੀ ਐੜਾ ਤੇ ਹਾਹਾ ਆਲਿਆ ਹੈ। ਆਲਿਆ ਮਤਲਬ ਘਰ ਹੁੰਦਾ, ਕਈ ਜਗ੍ਹਾ ਹੁੰਦਾ ਆਲਾ ਆਲਾ, ਦਇਆਲ ਦਇਆ ਦਾ ਘਰ, ਕਿਰਪਾਲ ਕਿਰਪਾ ਦਾ ਘਰ। ਇਹ ਅਰਥ ਪਿੱਛੇ ਆਪਾਂ ਕਾਫੀ ਕੀਤੇ ਨੇ। ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚ ਅੰਤ ਜਾਚਿਕਾ ਹੈ। ਮਹਾਰਾਜ ਕਥਨ ਕਰਦੇ ਨੇ ਸਾਰੇ ਜੀਵ ਜਾਚਿਕਾ ਹੈ, ਮੰਗਤੇ ਬਣ ਕੇ ਜਿਸ ਵਾਹਿਗੁਰੂ ਪਾਸੋਂ ਸਾਰੇ ਪਦਾਰਥ ਜਾਚ ਅੰਤ ਮੰਗਦੇ ਹਨ, ਉਸ ਗੁਣ ਨਿਧਾਨ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਤੁਸੀਂ ਵੀ ਸਿਮਰਨਾ ਕਰੋ। ਜੋ ਵਾਹਿਗੁਰੂ ਜਾਚਕ ਹੈ ਭਾਵ ਜਗਿਆਸੂ, ਉਹਦਾ ਨਾਮ ਸਿਮਰੰਤ ਸਿਮਰਦੇ ਨੇ, ਜਿਹੜੇ ਮੰਗਤੇ ਬਣ ਕੇ ਉਹਦਾ ਤੇ ਉਹਦੀ ਕਿਰਪਾ ਨੂੰ ਜਾਚ ਅੰਤ ਮੰਗਦੇ ਨੇ, ਉਹ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ ਬਣ ਜਾਂਦੇ ਨੇ। ਤੁਸੀਂ ਵੀ ਸਿਮਰਿਆ ਕਰੋ ਭਾਈ ਸੰਗਤੋ। ਮਹਾਰਾਜ ਜੀ, ਇਹ ਜੀਵ ਦੀਆਂ ਪੁੱਠੀਆਂ ਗੱਲਾਂ ਕਿਸੇ ਤਰ੍ਹਾਂ ਸਿੱਧੀਆਂ ਹੋ ਸਕਦੀਆਂ, ਕਈਆਂ ਦੇ ਪੁੱਠੇ ਹੀ ਕੰਮ ਹੋਈ ਜਾਂਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਫਿਰ ਇਸੇ ਪੰਕਤੀ 'ਚ ਆਪਾਂ ਨੂੰ ਦੱਸਣਗੇ, ਧਰਮ ਲੱਖਣ ਪ੍ਰਭ ਮਾਇਆ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਨੰ। ਤੋ ਇਸ ਤਰ੍ਹਾਂ 44ਵਾਂ ਜਿਹੜਾ ਸ਼ਲੋਕ ਹੈ, ਇਹਦੀਆਂ ਅਖੀਰਲੀ ਪੰਕਤੀ ਦੇਖੋ, ਇਹ ਲਿਖੀਆਂ ਹੋਈਆਂ ਨੇ। ਤਾਂ ਇਹ ਜਵਾਬ ਦਿੰਦੇ ਨੇ, ਜੀਵ ਦੀਆਂ ਪੁੱਠੀਆਂ ਹੁਣ ਸਿੱਧੀਆਂ ਵੀ ਪਾਉਣੀਆਂ ਜੀ ਤੁਸੀਂ, ਤੁਹਾਡੀ ਚਰਨ ਸ਼ਰਨ ਜੋ ਆਏ ਆ,
ਸਤਿਗੁਰੂ ਮਹਾਰਾਜ ਹੁਣ ਪੁੱਠੀਆਂ ਸਿੱਧੀਆਂ ਕਿਵੇਂ ਮਹਾਰਾਜ ਕਹਿਣ। 1358 ਅੰਗ ਤੇ ਮਹਾਰਾਜ ਫਰਮਾਉਂਦੇ ਹਨ ਬਚਨ, ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੂਖਣ ਹੈ। ਸੋ ਇਹ ਪਾਠ ਕਈ ਵਾਰ ਭੁਲੇਖੇ 'ਚ ਹੋਰ ਤਰ੍ਹਾਂ ਨਿਕਲ ਜਾਂਦਾ ਦੁਰਗਮ ਕਰਕੇ। ਸਾ ਦੁਰਗਮ, ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੂਖਣ ਹੈ। ਜਾਂ ਇਹ ਵੀ ਨਹੀਂ ਸਮਝ ਲੱਗਣਾ ਵੀ ਪਾਠ ਬੋਲਣਾ ਕੀ ਹੈ ਇਹ। ਇਸ ਕਰਕੇ ਦੁਰਗਮ ਸਥਾਨ, ਦੁਰਗਮ ਹੁੰਦਾ ਔਖੇ, ਦੁਰ ਤੇ ਗਮ, ਗਮ ਹੁੰਦਾ ਪਹੁੰਚਣਾ ਤੇ ਦੁਰ ਔਖਾ। ਔਖੇ ਸਥਾਨ ਸੁਗਮੰ ਸੌਖੇ ਹੋ ਜਾਂਦੇ ਨੇ। ਦੁਰਗਮ ਕਠਨ ਹੈ, ਜਿਸ ਥਾਂ ਦੀ ਗਮਤਾ ਭਾਵ ਪਹੁੰਚਣਾ ਸਵਰਗ ਪਰਲੋਕ ਦਸਮ ਦੁਆਰ ਸੱਚਖੰਡ ਤੁਰੀਆ ਪਦ, ਉਸ ਸਥਾਨ ਵਿੱਚ ਸੁਗਮ ਸੁਖੈਣ ਹੀ ਪਹੁੰਚ ਸਕਦਾ। ਸੁਗਮੰ, ਪਰ ਸੁਗਮੰ ਨੂੰ ਆਪਾਂ ਸੁਗਮੰ ਇੱਥੇ ਅਲੱਗ-ਅਲੱਗ ਕਰਕੇ ਸੁਗਮੰ, ਗਮੰ ਹੁੰਦਾ ਪਹੁੰਚਣਾ, ਸੁਖੈਣ ਹੀ। ਮਹਾਂ ਦੁਖਦਾਇਕ ਜੋ ਅਗਿਆਨ ਦਾ ਰੋਗ ਹੈ ਸੋ ਉਹ ਵੀ ਨਿਵਰਤ ਹੋ ਜਾਂਦਾ ਤੇ ਸਰਬ ਤਰ੍ਹਾਂ ਨਾਲ ਆਤਮ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮਹਾਂ ਦੁਖ ਸਰਬ ਸੂਖਣਾ ਹੈ। ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ। ਦੁਰਬਚਨ ਖੋਟੇ ਬਚਨਾਂ ਦੇ ਉਚਾਰਨ ਵਾਲੇ, ਭੇਦ ਪਾਉਣ ਵਾਲੇ, ਚਿੱਤ ਨੂੰ ਭਰਮਾਉਣ ਵਾਲੇ ਜੋ ਸਾਕਤ ਬੰਦੇ ਅਤੇ ਪਿਸਨੰਤ ਹੁੰਦਾ ਚੁਗਲ, ਚੁਗਲ ਹਨ, ਉਹ ਸਾਰੇ ਸੁਰਜਨ ਹੈ ਸੱਜਣ ਬਣ ਜਾਂਦੇ ਨੇ। ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੋ ਜਨ ਭਏ ਚੀਤਾ। ਦੁਰਬਚਨ ਖੋਟਿਆਂ ਬਚਨਾਂ ਤੋਂ ਸ੍ਰੇਸ਼ਟ ਬਚਨਾਂ ਦੇ ਉਚਾਰਨ ਵਾਲਾ ਹੋ ਜਾਂਦਾ। ਭੇਦਵਾਦ ਦ੍ਰਿਸ਼ਟੀ ਨੂੰ ਤਿਆਗ ਕੇ ਅਭੇਦਵਾਦ ਦੇ ਨਿਸ਼ਚੇ ਕਰਨ ਵਾਲਾ ਹੋ ਜਾਂਦਾ। ਭਰਮ ਤੋਂ, ਭਰਮੰ ਤੋਂ ਭਾਵ ਭਰਮ ਤੋਂ ਅਭਰਮ ਹੋ ਜਾਂਦਾ। ਸਾਕਤ ਬੇਮੁਖ ਤੋਂ ਗੁਰਮੁਖ ਹੋ ਜਾਂਦਾ। ਪਿਸਨੰਤ ਹੁੰਦਾ ਚੁਗਲੀ ਕਰਨ ਵਾਲਾ, ਸੁਭਾਅ ਛੱਡ ਕੇ ਸੁਰਜਣਾ ਭਲਾ ਬੰਦਾ ਬਣ ਜਾਂਦਾ। ਸੋ ਜੋ ਸਾਕਤ ਤੋਂ ਪਿਸਨੰਤ ਚੁਗਲ ਤੋਂ ਖੋਟੇ ਬਚਨ ਉਚਾਰ ਕੇ ਭੇਦ ਭਰਮਾਂ ਵਿੱਚ ਪਾਉਣ ਵਾਲੇ ਹੁੰਦੇ ਨੇ, ਉਹ ਉਲਟ ਕੇ ਸੁਰਜਣਾ ਸ੍ਰੇਸ਼ਟ ਭਲੇ ਬੰਦੇ ਬਣ ਜਾਂਦੇ ਨੇ। ਮਹਾਰਾਜ ਦੀ ਕਿਰਪਾ ਹੋ ਜਾਂਦੀ ਆ। ਆਸਥਿਤੰ ਸੋਗ ਹਰਖੰ ਭੈ ਖੀਣੰਤ ਨਿਰਭਵ ਹੈ। ਹਰਖੰ ਖੁਸ਼ੀ ਤੇ ਸੋਗ ਗਮੀ ਦੀ, ਗਮੀ ਵਾਲੇ ਪਾਸਿਓਂ ਆਸਥਤੰ ਸਥਿਤ ਹੋ ਜਾਂਦਾ। ਅਤੇ ਜਿਸ ਭੈ ਕਰਕੇ ਖੀਣੰਤ ਖੀਣ ਹੋ ਰਿਹਾ ਸੋ ਉਸ ਭਵੈ ਖੌਫ ਤੋਂ ਨਿਰ ਹੁੰਦਾ ਰਹਿਤ ਹੋ ਜਾਂਦਾ। ਨਿਰ ਭਵੈ, ਭਵੈ ਹੁੰਦਾ ਖੌਫ ਤੇ ਨਿਰ ਹੁੰਦਾ ਰਹਿਤ ਹੋਣਾ। ਜਮਾਂ ਦੇ ਭੈ ਦੇ ਖੀਣੰਤ ਨਾਸ ਹੋਣ ਤੇ ਨਿਰਭਵੈ ਨਿਰਖੌਫ ਹੋ ਜਾਂਦਾ। ਭੈ ਅਟਵੀਅੰਗ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਾਇਆ। ਅਟਵੀਅੰਗ ਉਸ ਜਗ੍ਹਾ ਦਾ ਨਾਮ ਹੈ ਜਿੱਥੇ ਅਨੇਕਾਂ ਝਾੜ ਝਪੀੜੇ ਹੋਣ, ਜਿਹਦੇ 'ਚ ਫਸ ਕੇ ਫਿਰ ਨਿਕਲ ਨਾ ਸਕਦਾ ਹੋਵੇ। ਐਸਾ ਭੈਦਾਇਕ ਜੋ ਅਟਵੀਅੰਗ ਉਜਾੜ ਰੂਪ ਅਟਪਟਾ ਸੰਸਾਰ ਹੈ, ਇਸ ਵਿੱਚ ਮਹਾਨਗਰ ਜੋ ਸਾਧ ਸੰਗਤ ਹੈ ਉਹਦੇ ਵਿੱਚ ਫਿਰ ਉਸ ਵਿੱਚ ਵਸ ਆਉਂਦਾ ਇਹ ਸਾਰਾ ਕੁਝ। ਸੋ ਜਿਸ ਹਿਰਦੇ 'ਚ ਅਟਵੀਅੰਗ ਅਟਕ ਰੁਕਾਵਟ ਪਾਉਣ ਵਾਲਾ ਜੋ ਅਗਿਆਨ ਹੈ, ਉਹ ਅਗਿਆਨ ਭੈ ਸੰਯੁਕਤ ਹੋ ਕੇ ਦੂਰ ਹੋ ਜਾਂਦਾ ਤੇ ਸ਼ੁਭ ਗੁਣਾ ਰੂਪੀ ਮਹਾਨਗਰ ਬਾਸੰਗ ਵਸ ਜਾਂਦਾ। ਤਾਂ ਮਹਾਰਾਜ ਕਹਿੰਦੇ ਪ੍ਰਭੂ ਦੀ ਕਿਰਪਾ ਨਾਲ ਧਰਮ ਦੇ ਲੱਛਣ ਚਿੰਨ੍ਹ ਪ੍ਰਾਪਤ ਹੋ ਜਾਂਦੇ। ਤਾਂ ਇਸ ਤਰ੍ਹਾਂ ਪੂਰਬਲੀਆਂ ਸਾਰੀਆਂ ਪੁੱਠੀਆਂ ਗੱਲਾਂ ਜਿਹੜੀਆਂ ਦੱਸੀਆਂ ਨੇ ਉਹ ਸਿੱਧੀਆਂ ਵਾਹਿਗੁਰੂ ਦੀ ਕਿਰਪਾ ਨਾਲ ਹੋ ਜਾਂਦੀਆਂ ਨੇ। ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ। ਪਹਿਲਾਂ ਆਪਾਂ ਇਹਨਾਂ ਤੁਕਾਂ ਦੇ ਅਰਥ ਜਿਹੜੇ ਹਨ ਉਹ ਕਰਕੇ ਆਏ ਆ ਪਿੱਛੇ, ਫਿਰ ਵੀ ਕਰ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਇਆ ਕਿ ਪ੍ਰਭੂ ਦੀ ਮਾਇਆ ਕਿਰਪਾ ਕਰਕੇ ਸਤਸੰਗਤ ਦੀ ਪ੍ਰਾਪਤੀ ਹੋਵੇ ਤੇ ਰਮੇ ਹੋਏ ਰਾਮ ਦੇ ਨਾਮ ਨੂੰ ਰਮਣੰ ਹੁੰਦਾ ਉਚਾਰਨਾ ਕਰੇ ਤੇ ਹਰ ਹਰ ਦਿਆਲੂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇ ਤਾਂ ਇਸ ਜੀਵ ਨੂੰ ਧਰਮ ਦੇ ਲੱਛਣ ਚਿੰਨ੍ਹ ਪ੍ਰਾਪਤ ਹੁੰਦੇ ਹਨ। ਫਿਰ ਧਰਮ ਦੇ ਚਿੰਨ੍ਹਾਂ ਦੇ ਪ੍ਰਤਾਪ ਕਰਕੇ ਸਾਰਾ ਕੰਮ ਸੌਖਾ ਹੋ ਜਾਂਦਾ ਹੈ ਜੀਵ ਦਾ। ਫਿਰ ਬੇਨਤੀ ਕੀਤੀ ਇਹ ਜਿਹੜੇ ਕਾਮ ਕ੍ਰੋਧ ਆਦਿਕ 5 ਵਿਸ਼ੇ ਹਨ, ਇਹ ਮਹਾਰਾਜ ਸੱਚੇ ਪਾਤਸ਼ਾਹ ਸੋ ਇਸ ਪ੍ਰਕਾਰ ਇਹ ਕੈਸੇ ਹਨ ਮਹਾਰਾਜ ਜੀ 5 ਵਿਸ਼ੇ ਜਿਹੜੇ ਆ ਇਹ ਕਿਵੇਂ ਤੰਗ ਕਰਦੇ ਨੇ, ਕਿਵੇਂ ਖਹਿੜਾ ਛੱਡਣਗੇ, ਕੀ ਕੀ ਨੁਕਸਾਨ ਹੈ ਇਹਨਾਂ ਦੇ। ਆਪ ਕਹਿੰਦੇ ਹੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ ਭਾਈ। ਮਹਾਰਾਜ ਕਹਿਣ ਲੱਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ 5 ਵਿਸ਼ੇ ਬੜੇ ਪ੍ਰਬਲ ਨੇ, ਇਹਨਾਂ ਨੇ ਵੱਡਿਆਂ ਵੱਡਿਆਂ ਨੂੰ ਨਾਸ ਕਰ ਛੱਡਿਆ ਤੇ ਇਹ ਜੀਵ ਵਿਚਾਰਾ ਕਿਹੜੇ ਬਾਗ ਦੀ ਮੂਲੀ ਹੈ। ਇਸ ਲਈ ਇਹਨਾਂ ਨੂੰ ਜ਼ਰੂਰ ਵਸ ਵਿੱਚ ਕਰਨਾ ਚਾਹੀਦਾ। ਆਸੁਰੀ ਸੰਪਦਾ ਦਾ ਰਾਜਾ ਜਿਹੜਾ ਸਭ ਤੋਂ ਵੱਡਾ ਉਹ ਮੋਹ ਹੈ। ਮੋਹ ਤੋਂ ਸਾਰਾ ਰੌਲਾ ਪੈਂਦਾ। ਪਹਿਲੇ ਉਹਦਾ ਵਰਣਨ ਕਰਕੇ ਫਿਰ ਉਸ ਮੋਹ ਦੇ ਜਿੱਤਣ ਦਾ ਤਰੀਕਾ ਦੱਸਦੇ ਹਾਂ। ਹੇ ਅਜਿਤ ਸੂਰ ਸੰਗਰਾਮੰ। ਮਹਾਰਾਜ ਕਹਿੰਦੇ ਮੋਹ ਯੁੱਧ ਭੂਮਿਕਾ 'ਚ ਅਜਿਤ ਸੂਰਮਾ ਹੈ। ਅਰਜਨ ਵਰਗਾ ਸੂਰਮਾ ਵੀ ਸੰਬੰਧੀਆਂ ਦੇ ਮੋਹ ਕਰਕੇ
ਮਹਾਭਾਰਤ ਦੇ ਯੁੱਧ ਵਿੱਚ ਲੜਨੋਂ ਪਿੱਛੇ ਹਟ ਗਿਆ। ਫਿਰ ਕ੍ਰਿਸ਼ਨ ਜੀ ਨੇ ਗੀਤਾ ਸੁਣਾ ਕੇ ਉਹਨੂੰ ਗਿਆਨ ਦਿੱਤਾ ਤਾਂ ਅਰਜਨ ਨੇ ਜੰਗ ਕੀਤਾ। ਦੂਜੀ ਮਿਸਾਲ ਅਰਜਨ ਦੀ ਇਹ ਵੀ ਹੈ ਕਿ ਇੱਕ ਵਾਰ ਕ੍ਰਿਸ਼ਨ ਜੀ ਕੋਲ ਬੈਠੇ ਹੋਏ ਸਨ ਤੇ ਅਰਜਨ ਦੀ ਝੋਲੀ 'ਚ ਉਹਨਾਂ ਦਾ ਪੁੱਤਰ ਅਭਿਮਨੂ ਖੇਡ ਰਿਹਾ ਸੀ। ਖੇਡਦਿਆਂ ਖੇਡਦਿਆਂ ਪੁੱਤਰ ਅਭਿਮਨੂ ਨੇ ਆਪਣੇ ਪਿਤਾ ਦੀ ਪੱਗ ਲਾਹਤੀ ਤੇ ਅਰਜਨ ਫਿਰ ਵੀ ਉਹਨਾਂ ਪਿਆਰ ਕਰੀ ਜਾਵੇ। ਉਸ ਵੇਲੇ ਕ੍ਰਿਸ਼ਨ ਜੀ ਹੱਸ ਪਏ। ਅਰਜਨ ਨੇ ਪੁੱਛਿਆ, ਤੁਸੀਂ ਹੱਸੇ? ਕਹਿੰਦੇ, ਅਰਜਨ ਦੇਖ ਲੈ, ਜੇ ਕੋਈ ਹੋਰ ਸੂਰਮਾ ਤੇਰੀ ਪੱਗ ਲਾਹ ਦਿੰਦਾ ਤਾਂ ਤੂੰ ਉਹਦਾ ਸਿਰ ਵੱਢ ਦੇਣਾ ਸੀ, ਪਰ ਮੋਹ ਇਹੋ ਜਿਹਾ ਪ੍ਰਬਲ, ਤੇਰੇ ਪੁੱਤਰ ਨੇ ਤੇਰੀ ਪੱਗ ਲਾਹੀ, ਤੂੰ ਖੁਸ਼ ਹੋ ਰਿਹਾ। ਮਹਾਰਾਜ ਕਹਿੰਦੇ ਜਿਹੜੇ ਜਿੱਤ ਸੂਰਮੇ ਸਨ ਵਸ਼ਿਸ਼ਟ ਆਦਿਕ, ਉਹਨਾਂ ਨੂੰ ਵੀ ਇਸ ਮੋਹ ਨੇ ਜਿੱਤ ਲਿਆ। ਜਿਸ ਵੇਲੇ ਵਿਸ਼ਵਾਮਿੱਤਰ ਨੇ ਇਹਨਾਂ ਦਾ 100 ਪੁੱਤਰ ਮਾਰਤਾ ਤਾਂ ਪੁੱਤਰਾਂ ਦੇ ਮੋਹ ਕਰਕੇ ਵਸ਼ਿਸ਼ਟ ਜੀ ਸਤਲੁਜ ਡੁੱਬਣ ਵਾਸਤੇ ਚਲੇ ਗਏ, ਪਰ ਸਤਲੁਜ 100 ਧਾਰਾ ਹੋ ਕੇ ਵਗ ਪਿਆ, ਜਿਹਦੇ ਕਰਕੇ ਉਹਦਾ ਨਾਂ ਹੀ ਸਤਦਰਵ ਪੈ ਗਿਆ ਸੀ। ਸਤਦਰਵ 100 ਧਾਰਾ ਹੋ ਕੇ ਵਗਿਆ। ਤੀਰ ਸਤਦਰਵ ਗ੍ਰੰਥ ਸੁਧਾਰਾ ਮਹਾਰਾਜ ਲਿਖਿਆ। ਵਸ਼ਿਸ਼ਟ ਜੀ ਨੂੰ ਡੋਬਿਆ ਨਹੀਂ। ਫਿਰ ਫਾਹੀ ਲੈ ਕੇ ਵਿਪਾਸਾ 'ਚ ਡੁੱਬਣ ਲੱਗੇ ਤਾਂ ਵਿਪਾਸਾ ਨੇ ਉਹਨੇ ਫਾਹੀ ਤੋੜ ਦਿੱਤੀ, ਉਹਦੇ ਕਰਕੇ ਉਹਦਾ ਨਾਮ ਵਿਪਾਸਾ ਪਿਆ। ਬਿਆਸ ਦਰਿਆ ਕਹਿੰਦੇ ਜਿਹਨੂੰ। ਅਤ ਬਲਨਾ ਬਹੁ ਮਰਦਨ ਹੈ। ਫਿਰ ਇਹ ਮੋਹ ਅਤਿਅੰਤ ਬਲ ਵਾਲਾ, ਬਹੁਤਿਆਂ ਦੇ ਮਰਦਨਾ ਮਲਣ ਵਾਲਾ। ਸੰਗਰਾਮੰ ਯੁੱਧ ਭੂਮਿਕਾ 'ਚ ਜੋ ਅਜਿੱਤ ਸੂਰਮੇ ਹਨ, ਉਹਨਾਂ ਦੇ ਮਰਦਨਾ ਮਲਣੇ ਨੂੰ ਮੋਹ ਰਾਜਾ ਇਸੇ ਕਰਕੇ ਬਹੁਤ ਹੀ ਬਲ ਵਾਲਾ ਹੈ। ਗਣ ਗੰਧਰਵ ਦੇਵ ਮਾਨੁਖਯੰ ਪਸ਼ੂ ਪੰਖੀ ਵਿਮੋਹਨ ਹੈ। ਸ਼ਿਵਾਂ ਦੇ ਨੰਦੀ ਭ੍ਰਿੰਗੀ ਆਦਿਕ ਗਣਾਂ ਨੂੰ, ਦੇਵਤਿਆਂ ਦੇ ਰਾਗੀ ਹਾਹਾ ਹੂਆ ਨਾਮੇ ਗੰਧਰਵਾਂ ਨੂੰ, ਗਣ ਹੁੰਦਾ ਸਮੂਹ ਗੰਧਰਵਾਂ ਨੂੰ, ਅਜਾਨ ਸੰਗਿਆਂ ਵਾਲੇ 33 ਕਰੋੜ ਦੇਵਤੇ ਜੋ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਏ ਹਨ, ਅਤੇ ਮਨੁੱਖ ਨੂੰ ਤੇ ਪਸ਼ੂਆਂ ਪੰਛੀਆਂ ਦੇ ਆਦਿਕ ਸਾਰਿਆਂ ਨੂੰ ਇਸ ਮੋਹ ਨੇ ਵਿਸ਼ੇਸ਼ ਕਰਕੇ ਮੋਹਣਾ ਕੀਤਾ। ਇਹ ਨਹੀਂ ਛੱਡਦਾ ਕਿਸੇ ਨੂੰ। ਮਹਾਰਾਜ ਫਿਰ ਹੁਣ ਤੁਸੀਂ ਕਿਰਪਾ ਕਰੋ, ਇਹ ਤੇ ਤੁਸੀਂ ਕਿਹਾ ਬਹੁਤ ਤਕੜਾ, ਬੜਿਆਂ ਬੜਿਆਂ ਨੂੰ ਛੱਡਦਾ, ਸਾਡੇ ਵਰਗੇ ਫਿਰ ਕਿਹੜੇ ਬਾਗ ਦੀ ਮੂਲੀ ਹੈ ਮਹਾਰਾਜ ਜੀ, ਦੇ ਅੱਗੇ ਅਸੀਂ ਕਿਵੇਂ ਟਿਕਾਂਗੇ? ਇਹ ਤੋਂ ਫਿਰ ਤੁਸੀਂ ਹੁਣ ਬਚਣ ਦਾ ਕੋਈ ਹੈ ਸਤਿਗੁਰੂ ਤਰੀਕਾ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਤਰੀਕਾ ਦੱਸਦੇ ਹਨ। ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ੁਰ ਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਇਸ ਮੋਹ ਤੋਂ ਬਚਣ ਵਾਸਤੇ ਜੁਗਤੀ ਕਰੋ ਕਿ ਹਰ ਕਰਨ ਹਾਰੰ, ਸਭ ਦੇ ਕਰਨ ਵਾਲਾ ਜੋ ਹਰੀ ਹੈ, ਉਸ ਜਗਤ ਦੇ ਈਸ਼ਵਰ ਦੀ ਸ਼ਰਨ ਗ੍ਰਹਿਣ ਕਰਕੇ ਉਸੇ ਨੂੰ ਨਮਸਕਾਰਾਂ ਕਰੋ, ਤਾਂ ਇਸ ਮੋਹ ਤੋਂ ਤੁਹਾਡਾ ਛੁਟਕਾਰਾ ਹੋਵੇਗਾ।